Hello students, welcome to the English class. Today I'm going to explain the second chapter half a rupee worth of class 10 from supplementary reader book. I'm going to explain only the beginning of the chapter. Student, the author of this chapter is R.K. Narayan. It is about a rich merchant who sells rice. So let us read the text. Subaiya, a rich merchant, sold rice at a price. A poor man approached him for half a rupee worth of rice. Did the merchant give him rice? ਸੁਬਈਆ ਇੱਕ ਅਮੀਰ ਵਪਾਰੀ ਇੱਕ ਫਿਕਸ ਦਾਮ ਤੇ ਚਾਵਲ ਵੇਚਦਾ ਸੀ। ਇੱਕ ਗਰੀਬ ਆਦਮੀ ਉਹਦੇ ਕੋਲ ਪਹੁੰਚਿਆ ਅੱਧਾ ਰੁਪਇਆ ਲੈ ਕੇ ਰਾਈਸ ਖਰੀਦਣ ਵਾਸਤੇ। ਕੀ ਵਪਾਰੀ ਨੇ ਉਸ ਨੂੰ ਚਾਵਲ ਦਿੱਤੇ? ਫਸਟ ਪੈਰਾਗ੍ਰਾਫ Subaiya sold rice at the market gate. In his shop you found heaped in wicker baskets all varieties from pebbly coarse rice to Delhi samba, white as jasmine and slender as a needle. ਸੁਬਈਆ ਬਾਜ਼ਾਰ ਦੇ ਗੇਟ ਤੇ ਚੌਲ ਵੇਚਦਾ ਸੀ। ਉਸ ਦੀ ਦੁਕਾਨ ਦੇ ਵਿੱਚ ਤੁਹਾਨੂੰ ਵਾਂਸ ਦੀਆਂ ਟੋਕਰੀਆਂ ਦੇ ਵਿੱਚ ਢੇਰ ਲੱਗੀਆਂ ਹੋਈਆਂ ਹਰ ਕਿਸਮ ਦੇ ਰਾਈਸ ਮਿਲ ਜਾਂਦੇ ਸਨ। ਕੰਕਰਾਂ ਦੇ ਨਾਲ ਭਰੇ ਹੋਏ ਮੋਟੇ ਚੌਲ ਵੀ ਸਨ ਅਤੇ ਦਿੱਲੀ ਸਾਂਬਾ ਵਰਗੀ ਕਿਸਮਾਂ ਵੀ ਉਹਦੇ ਵਿੱਚ ਸਨ, ਜਿਹੜੀਆਂ ਕਿ ਚਮੇਲੀ ਦੇ ਫੁੱਲ ਵਰਗੀਆਂ ਸਫੇਦ ਅਤੇ ਸੂਈ ਵਰਗੇ ਪਤਲੇ ਦਾਣੇ ਵਾਲੇ ਕਿਸਮ ਹੁੰਦੀ ਸੀ। His shop was stuffy and dark, but he loved every inch of it. He loved the smell of gunny sack of rice and husk. ਉਹਦੀ ਦੁਕਾਨ ਬੜੀ ਭਰੀ ਅਤੇ ਹਨੇਰੀ ਸੀ, ਲੇਕਿਨ ਉਹਨੂੰ ਆਪਣੀ ਦੁਕਾਨ ਦੀ ਹਰ ਚੀਜ਼ ਚੰਗੀ ਲੱਗਦੀ ਸੀ। ਉਸ ਨੂੰ ਬੋਰੀਆਂ, ਚਾਵਲ ਤੇ ਚਾਵਲ ਦਾ ਜਿਹੜਾ ਛਿਲਕਾ ਹੁੰਦਾ ਹੈ ਉਹਨਾਂ ਦੀ ਗੰਧ ਚੰਗੀ ਲੱਗਦੀ ਸੀ। Through good times and bad he flourished. ਚੰਗੇ ਅਤੇ ਮਾੜੇ ਸਮੇਂ ਦੇ ਦੌਰਾਨ ਉਹ ਵੱਧਦਾ ਫੁੱਲਦਾ ਰਿਹਾ। There were days of drought when paddy didn't come up, and the rice mills were silenced, when people looked hollow-eyed and half-dead. But even then he never closed his shop. ਅਜਿਹੇ ਵੀ ਮੌਕੇ ਆਏ ਸਨ, ਅਜਿਹੇ ਵੀ ਦਿਨ ਆਏ ਸਨ ਜਦ ਚੌਲਾਂ ਦੀ ਫਸਲ ਨਹੀਂ ਹੋਈ ਅਤੇ ਚੌਲ ਮਿੱਲਾਂ ਵੀ ਬੰਦ ਰਹੀਆਂ, ਜਦ ਲੋਕਾਂ ਦੀਆਂ ਅੱਖਾਂ ਖੋਖਲੀਆਂ ਦਿਸਦੀਆਂ ਸਨ ਅਤੇ ਉਹ ਅੱਧ-ਮਰੇ ਦਿਸਦੇ ਸਨ, ਪਰੰਤੂ ਉਹਨਾਂ ਦਿਨਾਂ ਦੇ ਵਿੱਚ ਵੀ ਉਸਨੇ ਆਪਣੀ ਦੁਕਾਨ ਬੰਦ ਨਹੀਂ ਕੀਤੀ। If he didn't find stuff for 20 baskets, he scoured the countryside and filled at least 2 baskets and sold them. ਜੇਕਰ ਉਸਨੂੰ 20 ਟੋਕਰੀਆਂ ਜਿੰਨਾ ਮਾਲ ਨਾ ਮਿਲਦਾ ਤਾਂ ਉਹ ਆਸ-ਪਾਸ ਦਾ ਸਾਰਾ ਖੇਤਰ ਛਾਣ ਦਿੰਦਾ ਅਤੇ ਘੱਟੋ-ਘੱਟ 2 ਟੋਕਰੀਆਂ ਭਰ ਲੈਂਦਾ ਤੇ ਫਿਰ ਉਹਨਾਂ ਨੂੰ ਵੇਚ ਦਿੰਦਾ। There were times when the harvest was so rich he could hardly accept a quarter of the grain that was offered, when it seemed a fool's business to be selling rice. ਅਜਿਹਾ ਸਮਾਂ ਵੀ ਆਇਆ ਜਦ ਫਸਲ ਇੰਨੀ ਭਰਪੂਰ ਹੁੰਦੀ ਸੀ ਕਿ ਉਹ ਉਸ ਅਨਾਜ ਦਾ 1/4 ਵੀ ਸਵੀਕਾਰ ਨਹੀਂ ਸੀ ਕਰ ਸਕਦਾ ਜੋ ਉਸਨੂੰ ਖਰੀਦਣ ਦੇ ਲਈ ਪੇਸ਼ ਕੀਤਾ ਜਾਂਦਾ ਸੀ, ਅਤੇ ਜਦ ਚੌਲ ਵੇਚਣਾ ਬੇਵਕੂਫੀ ਵਾਲਾ ਵਪਾਰ ਸਮਝਿਆ ਜਾਂਦਾ ਸੀ। If you sold rice all day and night, you could not hope for a profit of even 50 rupees. They called it depression in the trade. ਜੇਕਰ ਦਿਨ ਰਾਤ ਲਗਾ ਕੇ ਵੀ ਚੌਲ ਵੇਚੋ ਤਾਂ ਤੁਹਾਨੂੰ 50 ਰੁਪਏ ਦਾ ਵੀ ਮੁਨਾਫਾ ਹੋਣ ਦੀ ਕੋਈ ਉਮੀਦ ਨਹੀਂ ਸੀ ਹੁੰਦੀ। ਅਜਿਹੇ ਸਮੇਂ ਨੂੰ ਲੋਕ ਉਸ ਵੇਲੇ ਕਾਰੋਬਾਰ ਦੇ ਵਿੱਚ ਮੰਦੀ ਕਹਿੰਦੇ ਸਨ। But Subaiya survived all ups and downs. Rice was in his blood. ਸੁਬਈਆ ਲੇਕਿਨ ਸਾਰੇ ਹੀ ਉਤਾਰ ਚੜਾਵ ਦੇ ਬਾਵਜੂਦ ਬਰਕਰਾਰ ਰਿਹਾ, ਕਾਇਮ ਰਿਹਾ। ਚੌਲ ਉਸਦੇ ਖੂਨ ਦੇ ਵਿੱਚ ਸੀ। He had served as an unpaid apprentice when his father ruled. ਉਸਨੇ ਆਪਣੇ ਪਿਤਾ ਦੇ ਸਮੇਂ ਦੇ ਦੌਰਾਨ ਇੱਕ ਬਿਨਾਂ ਤਨਖਾਹ ਲੈਣ ਵਾਲੇ ਸਿਖਾਂਦਰੂ ਦੇ ਰੂਪ ਦੇ ਵਿੱਚ ਉਹ ਕੰਮ ਕੀਤਾ ਸੀ ਦੁਕਾਨ ਤੇ। Those were the days when Subaiya loathed rice bags. Loathe ਮਤਲਬ ਨਫ਼ਰਤ ਕਰਨਾ। ਉਹ ਅਜਿਹੇ ਦਿਨ ਸਨ ਜਦ ਸੁਬਈਆ ਚੌਲਾਂ ਦੇ ਬੋਰੀਆਂ ਨੂੰ ਨਫ਼ਰਤ ਦੀ ਦ੍ਰਿਸ਼ਟੀ ਨਾਲ ਦੇਖਦਾ ਹੁੰਦਾ ਸੀ।
He longed for the crowded streets, cinemas, football matches, and wrestling tournaments, which he saw through the crowded shop door. ਉਹ ਭੀੜ ਦੇ ਨਾਲ ਭਰੀਆਂ ਸੜਕਾਂ, ਸਿਨੇਮਾ ਘਰ, ਫੁੱਟਬਾਲ ਦੇ ਮੈਚ, ਕੁਸ਼ਤੀ ਦੇ ਮੁਕਾਬਲਿਆਂ ਦੇ ਲਈ ਬੜਾ ਉਤਸੁਕ ਰਹਿੰਦਾ ਹੁੰਦਾ ਸੀ ਔਰ ਇਹਨਾਂ ਸਭ ਨੂੰ ਉਹ ਭੀੜ ਭਰੀ ਦੁਕਾਨ ਦੇ ਦਰਵਾਜ਼ੇ ਦੇ ਵਿੱਚੋਂ ਦੇਖਿਆ ਕਰਦਾ ਸੀ। But his father more or less kept him chained to the shop and discouraged his outside interests. ਲੇਕਿਨ ਉਸਦੇ ਪਿਤਾ ਉਸਨੂੰ ਦੁਕਾਨ ਦੇ ਅੰਦਰ ਜ਼ੰਜੀਰ ਦੇ ਨਾਲ ਬੰਨ੍ਹ ਕੇ ਰੱਖਦੇ ਸਨ, ਮਤਲਬ ਸੱਚਮੁੱਚ ਨਹੀਂ ਸਨ ਬੰਨ੍ਹ ਕੇ ਰੱਖਦੇ, ਮਤਲਬ ਉਸਨੂੰ ਦੁਕਾਨ ਤੋਂ ਬਾਹਰ ਨਹੀਂ ਸਨ ਇੰਟਰਸਟ ਲੈਣ ਦਿੰਦੇ ਅਤੇ ਉਹਦੀਆਂ ਬਾਹਰੀ ਰੁਚੀਆਂ ਨੂੰ ਨਿਰੁਤਸਾਹਿਤ ਕਰਦੇ ਰਹਿੰਦੇ ਸਨ। Boys should be horsewhipped if they are not to become brigands. ਲੜਕਿਆਂ ਨੂੰ ਘੋੜਿਆਂ ਦੀ ਤਰ੍ਹਾਂ ਚਾਬੁਕ ਦੇ ਨਾਲ ਮਾਰਨਾ ਚਾਹੀਦਾ ਹੈ ਜੇਕਰ ਅਸੀਂ ਨਹੀਂ ਚਾਹੁੰਦੇ ਕਿ ਉਹ ਬਦਮਾਸ਼ ਬਣ ਜਾਣ। He practiced this theory of child training with such steadfastness that in due course the little man had no eyes or head for anything except rice and the market. ਉਸਨੇ ਟ੍ਰੇਨਿੰਗ ਉਹਦੀ ਹੋਈ ਇਸ ਸਿਧਾਂਤ ਉੱਤੇ ਇੰਨਾ ਉਹ ਦ੍ਰਿੜਤਾ ਦੇ ਨਾਲ ਟਿਕਿਆ ਰਿਹਾ, ਉਸਨੇ ਇਸ ਦਾ ਪਾਲਨ ਕੀਤਾ ਕਿ ਸਮਾਂ ਬੀਤਣ ਤੇ ਇਹ ਜਿਹੜਾ ਛੋਟਾ ਜਿਹਾ ਵਿਅਕਤੀ ਸੀ ਇਸਨੂੰ ਚੌਲ ਅਤੇ ਬਾਜ਼ਾਰ ਦੇ ਸਿਵਾਏ ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। When his father died, he slid in so nicely that nobody noticed the difference. ਜਦੋਂ ਉਸਦੇ ਪਿਤਾ ਦੀ ਮੌਤ ਹੋ ਗਈ ਤਾਂ ਉਸਨੇ ਕੰਮ ਨੂੰ ਇੰਨੀ ਚੰਗੀ ਤਰ੍ਹਾਂ ਸੰਭਾਲ ਲਿਆ ਕਿ ਕਿਸੇ ਨੂੰ ਕੋਈ ਫਰਕ ਹੀ ਪਤਾ ਨਹੀਂ ਚੱਲਿਆ। Most people thought that the old man was still there counting cash. Business prospered. ਜ਼ਿਆਦਾਤਰ ਲੋਕ ਇਹੋ ਹੀ ਸਮਝਦੇ ਰਹੇ ਕਿ ਬੁੱਢਾ ਆਦਮੀ ਸੀ ਤੇ ਨਗਦ ਪੈਸੇ ਗਿਣਦਾ ਰਹਿੰਦਾ ਸੀ। ਵਪਾਰ ਫਲਦਾ ਫੁੱਲਦਾ ਰਿਹਾ। Subbiah kept 5 prized cows and buffaloes, whose milk, curd, and butter he and his wife and 5 children had day and night, and then became rotund and balloon-like. ਸੁਬਈਆ ਦੇ ਕੋਲ 5 ਕੀਮਤੀ ਗਾਵਾਂ ਅਤੇ ਮੱਝਾਂ ਸਨ, ਜਿਸ ਦਾ ਦੁੱਧ, ਦਹੀਂ ਤੇ ਮੱਖਣ ਉਹ ਤੇ ਉਹਦੀ ਪਤਨੀ ਤੇ ਉਹਦੇ 5 ਬੱਚੇ ਦਿਨ ਰਾਤ ਖਾਂਦੇ ਸਨ, ਜਿਸ ਦੇ ਘਰ ਗੁਬਾਰੇ ਦੀ ਤਰ੍ਹਾਂ ਰਾਉਂਡ ਜਾਂ ਗੋਲ ਹੋ ਗਏ ਸਨ। He owned 30 acres of land in a nearby village and visited it once a month to survey his possessions and make sure they were intact. ਨੇੜੇ ਦੇ ਪਿੰਡ ਦੇ ਵਿੱਚ ਉਸਦੇ ਕੋਲ 30 ਏਕੜ ਜ਼ਮੀਨ ਸੀ ਅਤੇ ਉਹ ਆਪਣੀ ਸੰਪੱਤੀ ਨੂੰ ਵੇਖਣ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਉਹ ਠੀਕ ਠਾਕ ਸੀ ਮਹੀਨੇ ਦੇ ਵਿੱਚ ਇੱਕ ਵਾਰ ਉੱਥੇ ਜਾਇਆ ਕਰਦਾ ਸੀ। He lent money at exorbitant rates of interest, and if people failed to pay, he acquired their houses. ਉਹ ਵਿਆਜ ਦੀ ਬਹੁਤ ਉੱਚੀ ਦਰ ਤੇ ਪੈਸੇ ਉਧਾਰ ਦਿਆ ਕਰਦਾ ਸੀ ਅਤੇ ਜੇਕਰ ਲੋਕ ਪੈਸੇ ਵਾਪਸ ਕਰਨ ਦੇ ਵਿੱਚ ਸਫਲ ਨਹੀਂ ਸਨ ਰਹਿੰਦੇ ਤਾਂ ਉਹਨਾਂ ਦੇ ਘਰਾਂ ਦੇ ਉੱਪਰ ਉਹ ਕਬਜ਼ਾ ਕਰ ਲੈਂਦਾ ਹੁੰਦਾ ਸੀ। He became swollen with money. ਤਾਂ ਉਹ ਬਹੁਤ ਹੀ ਅਮੀਰ ਹੋ ਗਿਆ। He sent his children to a school. ਉਸਨੇ ਆਪਣੇ ਬੱਚਿਆਂ ਨੂੰ ਸਕੂਲ ਭੇਜਿਆ। Bought them brocaded caps and velvet coats and paid a home tutor to shout the lessons at the top of his voice every evening under a lamp in the hall. ਔਰ ਉਹਨਾਂ ਨੂੰ ਜ਼ਰੀ ਦੀਆਂ ਟੋਪੀਆਂ, brocade cap ਮਤਲਬ ਜ਼ਰੀ ਦੀਆਂ ਟੋਪੀਆਂ ਅਤੇ ਮਖਮਲ ਦੇ ਬਣੇ ਹੋਏ ਕੋਟ ਖਰੀਦ ਕੇ ਦਿੰਦਾ ਸੀ ਅਤੇ ਘਰ ਦੇ ਵਿੱਚ ਪੜ੍ਹਾਉਣ ਵਾਲੇ ਇੱਕ ਅਧਿਆਪਕ ਨੂੰ ਪੈਸੇ ਦਿੰਦਾ ਸੀ ਤਾਂ ਕਿ ਉਹ ਹਾਲ ਦੇ ਵਿੱਚ ਇੱਕ ਦੀਵੇ ਦੀ ਰੋਸ਼ਨੀ ਦੇ ਵਿੱਚ ਬੈਠ ਕੇ ਪਾਠ ਪੜ੍ਹਾਵੇ ਔਰ ਆਪਣੀ ਸਭ ਤੋਂ ਉੱਚੀ ਆਵਾਜ਼ ਦੇ ਵਿੱਚ ਚਿੱਲਾ ਚਿੱਲਾ ਕੇ ਉਹਦੇ ਬੱਚਿਆਂ ਨੂੰ ਪੜ੍ਹਾਈ ਜਾਵੇ। He loaded his wife with gold ornaments and draped her in gaudy Banaras silk. ਉਸਨੇ ਆਪਣੀ ਪਤਨੀ ਨੂੰ ਵੀ ਗਹਿਣਿਆਂ ਦੇ ਨਾਲ ਲੱਦ ਦਿੱਤਾ ਅਤੇ ਉਸਨੂੰ ਬਨਾਰਸੀ ਰੇਸ਼ਮ ਦੀਆਂ ਭੜਕੀਲੀਆਂ ਸਾੜੀਆਂ ਵੀ ਪਾਉਣ ਨੂੰ ਦਿੱਤੀਆਂ। He added on to his house 2 more stories and several halls and painted all the walls with a thick blue oil paint and covered them with hundreds of pictures of gods in gilt frames. ਉਸਨੇ ਆਪਣੇ ਮਕਾਨ ਦੇ ਵਿੱਚ 2 ਹੋਰ ਮੰਜ਼ਿਲਾਂ ਅਤੇ ਕਈ ਹਾਲ ਕਮਰੇ ਬਣਾ ਦਿੱਤੇ ਅਤੇ ਸਾਰੀਆਂ ਦੀਵਾਰਾਂ ਦੇ ਉੱਪਰ ਗਹਿਰੇ ਨੀਲੇ ਰੰਗ ਦਾ ਪੇਂਟ ਕਰਵਾ ਦਿੱਤਾ ਅਤੇ ਉਹਨਾਂ ਨੂੰ ਸੁਨਹਿਰੀ ਫਰੇਮਾਂ ਵਾਲੇ
ਦੇਵਤਿਆਂ ਦੇ ਸੈਂਕੜਾਂ ਹੀ ਚਿੱਤਰਾਂ ਦੇ ਨਾਲ ਢੱਕ ਦਿੱਤਾ। All day he sat by his iron safe and kept shoving money into it. ਉਹ ਸਾਰਾ ਦਿਨ ਆਪਣੀ ਲੋਹੇ ਦੀ ਅਲਮਾਰੀ ਦੇ ਕੋਲ ਬੈਠਾ ਰਹਿੰਦਾ ਅਤੇ ਉਸ ਵਿੱਚ ਪੈਸੇ ਧੱਕਦਾ ਰਹਿੰਦਾ, ਮਤਲਬ ਪਾਉਂਦਾ ਰਹਿੰਦਾ ਉਸ ਦੇ ਅੰਦਰ। So students, this is the end of the part 1. Thank you.